गुरु रू प्यारी साध संगत जी, वाहिगुरु जी का खालसा, वाहिगुरु जी की फतेह। पवित्रता नू प्यार करन वाले जग्यासुआं नू विस्मादित करन वाली प्रोफैसर पूरन सिंह जी दी एक अमोलक ते अदुੱਤੀ रचना आओ प्यार नाल सरवण करिए। पवित्रता दा स्वरूप। पवित्रता दा चिंतन करदियां मेरे मन दे कमरे ਦੀਆਂ ਦੀਵਾਰਾਂ ਤੇ ਜੋ ਚਿੱਤਰ ਲਟਕ ਜਾਂਦੇ ਹਨ, ਉਹਨਾਂ ਦਾ ਵਰਣਨ ਕਰਨਾ ਹੀ ਲੇਖਕ ਲਈ ਤਾਂ ਪਵਿੱਤਰਤਾ ਦਾ ਸਰੂਪ ਦਰਸਾਉਣਾ ਹੈ। ਲੇਖਕ ਇਸ ਕਮਰੇ ਵਿੱਚ ਕਈ ਵਾਰ ਘੰਟਿਆਂ ਬੱਧੀ ਇਹਨਾਂ ਚਿੱਤਰਾਂ ਦੇ ਚਰਨਾਂ ਵਿੱਚ ਬੈਠਿਆ ਹੈ। ਇਹਨਾਂ ਚਿੱਤਰਾਂ ਦੀ ਪੂਜਾ ਕੀਤੀ ਹੈ ਤੇ ਜਿਨ੍ਹਾਂ ਬਣਿਆ ਇਹਨਾਂ ਦੇ ਸਰੂਪ ਥੀ ਪਵਿੱਤਰਤਾ ਦੇ ਸਰੂਪ ਦਾ ਅਨੁਭਵ ਕੀਤਾ ਹੈ। ਚਿੱਤਰਾਂ ਦਾ ਜੋ ਲੇਖਕ ਨੇ ਆਪਣੇ ਇਸ ਮੂਰਤੀ ਮੰਦਰ ਵਿੱਚ ਰੱਖੇ ਨੇ, ਬਿਆਨ ਤਾਂ ਇਸ ਲੇਖ ਵਿੱਚ ਹੋ ਹੀ ਨਹੀਂ ਸਕਦਾ, ਪਰ ਜਿੰਨਾ ਕੋ ਹੋ ਸਕਦਾ ਹੈ ਸੰਖੇਪ ਵਿੱਚ ਉਤਨਾ ਅਰਪਣ ਕਰਦੇ ਹਾਂ। ਪਹਿਲਾ ਚਿੱਤਰ ਇੱਕ ਉੱਚਾ ਪਰਬਤ ਹੈ। ਆਸੇ ਪਾਸੇ ਸੋਹਣੇ ਦੇਵਦਾਰ ਦੇ ਜੰਗਲ ਹੇਠਾਂ ਤੇ ਖੜੇ ਹਨ। ਮੀਲਾਂ ਲੰਮੀ ਬਰਫ਼ ਪਈ ਹੈ। ਉਸ ਦੇ ਪੈਰੀਂ ਨਦੀਆਂ ਕਲੋਲ ਕਰ ਰਹੀਆਂ ਹਨ। ਇਸ ਦੇ ਸਿਖਰ ਕੋਈ 1 ਮੀਲ ਲੰਮੇ, 1-2 ਪੰਗਰੀ ਬਰਫ਼ ਦੇ ਕੁੰਡ ਵੀ ਹਨ। ਉੱਪਰ ਨੀਲਾ ਆਕਾਸ਼ ਡਲਕ ਰਿਹਾ ਹੈ। ਪੁੰਨਿਆਂ ਦਾ ਚੰਨ ਖਿੜਿਆ ਹੈ। ਠੰਡਕ, ਸ਼ਾਂਤੀ ਤੇ ਸਤੋਗੁਣ ਬਰਸ ਰਹੇ ਸਨ। ਸੁਖ ਆਸਣ ਬੈਠ ਤਾੜੀ ਲਾ ਖੁੱਲੀਆਂ ਅੱਖਾਂ ਨਾਲ ਮੈਂ ਇਹ ਸ਼ੋਭਾ ਤੱਕ ਰਿਹਾ ਹਾਂ। ਅੱਖੀਆਂ ਖੁੱਲੀਆਂ ਵੀ ਜੁੜ ਗਈਆਂ ਹਨ। ਪਲਕ ਝਪਕਣੇ ਦੀ ਵੇਲ ਨਹੀਂ। ਮੂੰਹ ਅੜਿਆ ਰਹਿ ਗਿਆ ਹੈ। ਮੀਟਣ ਦੀ ਫੁਰਸਤ ਨਹੀਂ ਮਿਲੀ। ਪ੍ਰਾਣਾਂ ਦੀ ਗਤੀ ਦਾ ਪਤਾ ਨਹੀਂ। ਇਸ ਆਪਣੇ ਹੀ ਚਿੱਤਰ ਸਮੇਂ ਘੜੀਆਂ ਬੀਤ ਜਾਂਦੀਆਂ ਹਨ। ਪਾਠਕ ਜੀ, ਬੈਠ ਜਾਓ। ਮੇਰੀ ਥਾਂ ਆਪਣੇ ਆਪ ਨੂੰ ਬਿਠਾ ਲਵੋ ਤੇ ਵੇਖੋ ਜਦੋਂ ਤੋੜੀ ਤੁਹਾਡਾ ਜੀ ਚਾਹੇ। ਚਿੱਤਰ ਦੂਸਰਾ ਗੰਗਾ ਦਾ ਕੰਢਾ ਹੈ। ਇੱਕ ਸ਼ਿਲਾ ਤੇ ਭਰਥਰੀ ਹਰੀ ਜੀ ਬੈਠੇ ਹਨ। ਪਦਮਾਸਣ ਲਾਇਆ ਹੈ। ਬ੍ਰਹਮ ਸਿਮਰਨ ਵਿੱਚ ਲੀਨ ਹਨ। ਉਹਨਾਂ ਦੀਆਂ ਮੀਚੀਆਂ ਅੱਖੀਆਂ ਵਿੱਚੋਂ 1-2 ਅਥਰੂ ਪ੍ਰੇਮ ਦੇ ਡਲਕ ਕੇ ਉਹਨਾਂ ਦੇ ਤੇਜ ਭਰੇ ਮੁਖੜੇ ਤੇ ਜੰਮ ਗਏ ਹਨ। ਹਿਰਨ ਜੰਗਲ ਵਿੱਚੋਂ ਨਸਦੇ ਆਏ ਤੇ ਉਹਨਾਂ ਦੇ ਸਰੀਰ ਨੂੰ ਵੀ ਸ਼ਿਲਾ ਜਾਣ ਆਪਣੇ ਸਿੰਗਾਂ ਨਾਲ ਖੁਜਲਾਉਣ ਲੱਗ ਪਏ। ਆਕਾਸ਼ ਵਿੱਚੋਂ ਇੱਕ ਪਿਆਸੀ ਚਿੜੀ ਆਈ ਤੇ ਇਸ ਲਾਲ ਸ਼ਿਲਾ ਤੇ ਗੰਗਾ ਜਲ ਦੀਆਂ ਬੂੰਦਾਂ ਨੂੰ ਦੇਖ ਆਪਣੀ ਪੀਲੀ ਚੁੰਝ ਨਾਲ ਪੀ ਰਹੀ ਹੈ। ਇਤਨੇ ਵਿੱਚ ਭਰਥਰੀ ਹਰੀ ਦੀ ਸਮਾਧੀ ਖੁੱਲੀ। ਭੋਲੇਪਣ, ਆਨੰਦ ਤੇ ਹੈਰਾਨੀ ਦੀ ਭਰੀ ਹੋਈ ਅੱਖ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਦੇਖ ਆਈ ਹੈ। ਮੈਨੂੰ ਅਤੇ ਚੌਗਿਰਦੇ ਦੀਆਂ ਚੀਜ਼ਾਂ ਨੂੰ ਕਿਵੇਂ ਵੀ ਦੇਖ ਹੀ ਨਹੀਂ ਰਹੀ ਸੀ। ਉਹਨਾਂ ਦੇ ਗਲੇ ਵਿੱਚੋਂ ਸੁਭਾਵਕ ਹੀ ਸ਼ਿਵ ਸ਼ਿਵ ਦੀ ਆਵਾਜ਼ ਆਈ। ਮੈਂ ਕੋਲ ਬੈਠਾ ਸਾਂ। ਉਹਨਾਂ ਦੇ ਦਰਸ਼ਨ ਕਰਦਿਆਂ ਮੇਰੇ ਲੂਹ ਵਿੱਚ ਸੀਤਲਤਾ ਤੇ ਸਤੋਗੁਣ ਦੀ ਬਹਾਰ ਹੋ ਗਈ। ਉਹਨਾਂ ਦੀ ਧੁਨੀ ਦੀ ਗੁੰਜਾਰ ਵਗਦੀ ਗੰਗਾ ਦੇ ਆਲਾਪ ਵਿੱਚ ਸੁਣਾਈ ਦੇ ਰਹੀ ਹੈ। ਅਦਭੁਤ ਸਮਾਂ ਹੈ। ਦੇਖੋ ਇਸ ਚਿੱਤਰ ਨੂੰ। ਬੈਠ ਜਾਓ। ਤੀਸਰਾ ਚਿੱਤਰ ਹਰੀ ਹਰੀ ਘਾਹ ਦੇ ਇੱਕ ਬੜੇ ਲੰਮੇ ਚੌੜੇ ਮੈਦਾਨ ਵਿਚਕਾਰ ਦੁੱਧ ਰੰਗੀ ਇੱਕ ਨਦੀ ਵਹਿ ਰਹੀ ਹੈ। ਉਸ ਦਾ ਜਲ ਨਿਰਮਲ ਹੈ। ਛੋਟੇ ਛੋਟੇ ਮਟਿਆਲੇ, ਕਾਲੇ, ਪੀਲੇ ਤੇ ਨੀਲੇ ਨਿੱਕੇ ਮੋਟੇ ਸਾਲਗਰਾਮ ਟੁੱਬੀ ਲਾਈ ਬੈਠੇ ਹਨ। ਕਿੰਨੇ ਹੀ ਬਾਲਕ ਨੰਗ ਧੜੰਗੇ ਕਿਲਕਿਲੀਆਂ ਮਾਰਦੇ ਕੰਢੇ ਉੱਤੋਂ ਕੁੱਦ ਕੇ ਨਹਾ ਰਹੇ ਹਨ। ਕੋਈ ਤੈਰ ਰਹੇ ਹਨ। ਉਹਨਾਂ ਦੇ ਚਿੱਟੇ ਚਿੱਟੇ ਪੀਲੇ ਪੀਲੇ ਸਰੀਰਾਂ ਤੇ ਕੁਝ ਤਾਂ ਜਲ ਦੀ ਡਲਕ ਹੈ ਤੇ ਕੁਝ ਸੂਰਜ ਕਿਰਨਾਂ ਦੀ ਝਲਕ। ਇਹਨਾਂ ਸਰੀਰਾਂ ਵਿੱਚੋਂ ਸੁਗੰਧ ਆ ਰਹੀ ਹੈ। ਮੈਥੋਂ ਨਾ ਰਿਹਾ ਗਿਆ। ਕੱਪੜੇ ਉਤਾਰ, ਨੰਗਾ ਹੋ ਮੈਂ ਵੀ ਕੁੱਦਣਾ ਸ਼ੁਰੂ ਕਰ ਦਿੱਤਾ। ਪਾਠਕ ਜੀ, ਜੇਕਰ ਤੁਹਾਡਾ ਜੀ ਚਾਹੇ
ਤਾਂ ਕੱਪੜੇ ਲਾ ਦਿਓ ਤੇ ਇਸ ਠੰਡੇ ਜਲ ਵਿੱਚ ਕੁੱਦ ਪਵੋ। ਉਹਨਾਂ ਬਾਲਕਾਂ ਵਾਂਗ ਇਸ਼ਨਾਨ ਕਰੋ। ਮੈਂ ਵੀ ਕਦੇ-ਕਦੇ ਬਾਹਰ ਆ ਕੇ ਨਰਮ ਰੇਤ ਦੇ ਬਿਸਤਰੇ ਤੇ ਲੇਟਦਾ ਸਾਂ। ਕੁਝ ਸਰੀਰ ਤੇ ਮਲਦਾ ਸਾਂ, ਕੁਝ ਕੇਸਾਂ ਵਿੱਚ ਪਾ ਲੈਂਦਾ ਸਾਂ। ਕਦੀ ਧੁੱਪ ਵਿੱਚ ਬੈਠਿਆਂ, ਕਦੀ ਗੋਤਾ ਲਗਾਇਆ। ਕਹੋ ਤਾਂ ਹੁਣ ਹਾਲ ਕੀ ਹੈ। ਚੌਥਾ ਚਿੱਤਰ। ਇੱਕ ਹੋਰ ਚਿੱਤਰ ਲਟਕ ਰਿਹਾ ਹੈ। ਇਸ ਦੇ ਦੇਖਦਿਆਂ ਪਤਾ ਨਹੀਂ ਕੀ ਹੋਇਆ। ਕਾਲੀ ਰਾਤ ਹੋ ਗਈ। ਹੱਥ ਪਸਾਰਿਆਂ ਵੀ ਕੁਝ ਨਹੀਂ ਸੁਝਦਾ ਸੀ। ਪਰ ਥੋੜ੍ਹੀ ਦੇਰ ਵਿੱਚ ਹੀ ਤਾਰਿਆਂ ਦੀ ਨਿੰਮੀ ਲੋ ਚਿੱਤਰਕਾਰ ਦੇ ਹੱਥਾਂ ਵਿੱਚੋਂ ਝਰਨ ਲੱਗ ਪਈ ਹੈ। ਉੱਪਰ ਦਾ ਆਕਾਸ਼ ਗਹਿਣਿਆਂ ਲੱਦੀ ਵੋਟੀ ਵਾਂਗ ਇਸ ਇਕਾਂਤ ਵਿੱਚ ਆ ਖੜਾ ਹੈ। ਇਸ ਚਿੱਤਰਕਾਰ ਦੀ ਪ੍ਰਸ਼ੰਸਾ ਕਰਦੇ ਕਰਦੇ ਮੈਂ ਵੀ ਰੁਕ ਗਿਆ ਤੇ ਕਈ ਘੰਟੇ ਖਲੋਤਾ ਰਿਹਾ। ਇਸ ਚਿੱਤਰਕਾਰ ਦੇ ਬੁਰਸ਼ ਦਾ ਉਲੀਕਿਆ ਇੱਕ ਹੋਰ ਵੀ ਅਦਭੁਤ ਚਿੱਤਰ ਨਾਲੋਂ ਨਾਲ ਵੇਖਿਆ। ਬੁਰਸ਼ ਦਾ ਕੋਈ ਅਜਿਹਾ ਇਸ਼ਾਰਾ ਹੋਇਆ ਕਿ ਇਸ ਦੂਜੇ ਚਿੱਤਰ ਵਿੱਚ ਕਾਲੀ ਹਨੇਰੀ ਰਾਤ ਨਸਦੀ ਜਾਪਣ ਲੱਗੀ ਤੇ ਕੋਈ ਅਜਿਹਾ ਵਿਦਿਆ ਕਲਾ ਦਾ ਗੋਲਾ ਚੱਲਿਆ ਕਿ ਸਾਰੇ ਤਾਰਾ ਮੰਡਲ ਵਾਲੇ ਆਪਣੀਆਂ ਪਾਲਕੀਆਂ ਵਿੱਚ ਸਵਾਰ ਹੋ ਬੜੇ ਵੇਗ ਨਾਲ ਨੱਸ ਰਹੇ ਹਨ। ਮੈਂ ਇਹ ਕੌਤਕ ਵੇਖ ਹੀ ਰਿਹਾ ਸਾਂ ਕਿ ਅਚਾਨਕ ਰਾਤ ਕਿਧਰੇ ਹੈ ਹੀ ਨਹੀਂ ਸੀ ਤੇ ਪਰਬਤਾਂ ਦੇ ਪਿੱਛੋਂ ਲਾਲ ਸੂਰਜ ਨਿਕਲ ਆਇਆ ਸੀ। ਅੰਮ੍ਰਿਤ ਵੇਲਾ ਹੋ ਗਿਆ। ਘੜਿਆਲ ਵੱਜ ਗਏ, ਫੁੱਲ ਖਿੜੇ, ਹਵਾ ਚੱਲੀ, ਪੰਛੀ ਆਪਣੇ ਸਿਤਾਰਾਂ ਸੰਭਾਲ ਮੱਧ ਆਕਾਸ਼ ਵਿੱਚ ਆਸ਼ਾ ਅਲਾਪਣ ਲੱਗੇ। ਪਸ਼ੂ ਧੋਣਾ ਨਿਵਾਈ ਤਰੇਲ ਨਾਲ ਭਰੀ ਹਰੀ ਘਾਹ ਚਰਨ ਲੱਗ ਪਏ। ਨਦੀਆਂ ਜਾਣੋ ਇੱਕਦਮ ਆਪਣੇ ਘਰਾਂ ਤੋਂ ਵਗ ਟੁਰੀਆਂ। ਮੈਂ ਤੇ ਮੇਰੀ ਪਤਨੀ ਨਾਲ ਜਾ ਰਹੇ ਹਾਂ ਅਤੇ ਕਦੀ ਇਸ ਸ਼ੋਭਾ ਨੂੰ, ਕਦੇ ਇੱਕ ਦੂਜੇ ਨੂੰ ਤੱਕਦੇ ਹਾਂ। ਪਾਠਕ ਜੀ, ਉੱਠੋ, ਹੁਣ ਸਵੇਰਾ ਹੋ ਗਿਆ ਹੈ। ਪੰਜਵਾਂ ਚਿੱਤਰ। ਕੁਝ ਸਮੱਗਰੀ ਦਾ ਢੇਰ ਲੱਗਿਆ ਹੈ। ਮਣਾ ਮੂੰਹ ਪਈ ਸੀ। ਅਗਨੀ ਜਗੀ। ਹਵਨ ਕੁੰਡ ਵਿੱਚੋਂ ਲੰਮੀਆਂ ਲਾਟਾਂ ਉੱਠਣ ਲੱਗੀਆਂ। ਅਸੀਂ ਦੋਵੇਂ ਦੇਖ ਰਹੇ ਹਾਂ। ਅਜਿਹੀ ਪਵਿੱਤਰਤਾ ਦਾ ਉਪਦੇਸ਼ ਅਸੀਂ ਕਿਸੇ ਗਿਰਜੇ ਮੰਦਰ ਵਿੱਚ ਕਦੇ ਨਹੀਂ ਸੁਣਿਆ। ਛੇਵਾਂ ਚਿੱਤਰ। ਹੁਣ ਮੇਰੇ ਨੇਤਰ ਜੋ ਜ਼ਰਾ ਪਰਤੇ ਤਾਂ ਕੀ ਦੇਖਦੇ ਹਾਂ ਕਿ ਇੱਕ ਟੁੱਟੇ ਭੱਜੇ ਮਿੱਟੀ ਦੇ ਕੰਢਿਆਂ ਵਾਲਾ ਕੁੰਡ ਹੈ। ਉਸ ਦੇ ਸਬਜ਼ ਕਾਈ ਉਗ ਰਹੀ ਹੈ ਤੇ ਕੁਝ ਇਸੇ ਪ੍ਰਕਾਰ ਦੇ ਬੂਟੇ ਆਪਣੀਆਂ ਲੰਮੀਆਂ ਡਾਲੀਆਂ ਦੀ ਤਲਾਅ ਦੇ ਕੁਝ ਹਿੱਸਿਆਂ ਤੇ ਛਤਰੀ ਪਸਾਰ ਰਹੇ ਹਨ। ਇਹ ਪਰ ਸਾਰੇ ਤਲਾਅ ਉਤੇ ਕੰਵਲ ਫੁੱਲ ਆਪਣੇ ਚੌੜੇ ਹਰੇ ਪੱਤਿਆਂ ਦੇ ਸਿੰਘਾਸਨ ਉੱਤੇ ਸਾਰੀ ਦੁਨੀਆ ਦੇ ਰਾਜ ਸਿੰਘਾਸਨਾਂ ਨੂੰ ਮਾਤ ਪਾਉਂਦੇ ਆਪਣੇ ਸੁਗੰਧਿਤ ਗੌਰਵ ਵਿੱਚ ਪ੍ਰਸੰਨਚਿਤ ਬਿਰਾਜ ਰਹੇ ਹਨ। ਜੇ ਪਵਿੱਤਰਤਾ ਦੇ ਸਰੂਪ ਨੂੰ ਦੇਖਣਾ ਹੈ ਤਾਂ ਪਾਠਕ ਜੀ, ਕਿਉਂ ਨਹੀਂ ਅੰਮ੍ਰਿਤ ਵੇਲਾ ਇਹਨਾਂ ਨੂੰ ਦੇਖਦੇ। ਪੁਸਤਕਾਂ ਵਿੱਚ ਤੇ ਮੇਰੇ ਲੇਖਾਂ ਵਿੱਚ ਕੀ ਪਿਆ ਹੈ। ਸੱਤਵਾਂ ਚਿੱਤਰ। ਵਾਹ ਓਏ ਚਿੱਤਰਕਾਰਾ, ਸ਼ਾਬਾਸ਼ ਹੈ ਤੇਰੀ ਅਨੂਠੀ ਕਲਾ ਨੂੰ, ਜਿਸ ਨੇ ਇਸ ਚਿੱਤਰ ਵਿੱਚ ਪਤਾ ਨਹੀਂ ਕਿਵੇਂ ਵਿਰਾਟ ਸਰੂਪ ਭਗਵਾਨ ਨੂੰ ਲਿਆ ਟੰਗਿਆ। ਸਾਰੇ ਦਾ ਸਾਰਾ ਵਿਰਾਟ ਸਰੂਪ ਜਗਤ ਦਿਖਾਇਆ ਹੈ ਤੇ ਉਹ ਵੀ ਕਿਸੇ ਦੀ ਅੱਖ ਵਿੱਚ। ਪਰ ਇਸ ਕਲਾ ਨਾਲ ਦਿਖਾਇਆ ਹੈ। ਨਾ ਤਾਂ ਅੱਖ ਦਿਸਦੀ ਹੈ, ਨਾ ਅੱਖ ਵਾਲੇ ਦੇ ਕਿਧਰੇ ਦਰਸ਼ਨ ਹੁੰਦੇ ਹਨ। ਕੇਵਲ ਵਿਰਾਟ ਸਰੂਪ ਹੀ ਦਿਸਦਾ ਹੈ। ਮੈਨੂੰ ਕ੍ਰਿਸ਼ਨ ਜੀ ਮਹਾਰਾਜ ਦਾ ਚੇਤਾ ਆਇਆ। ਉਹਨਾਂ ਦੇ ਮੁਖ ਨੂੰ ਦੇਖਿਆ, ਪਰ ਉਹਨਾਂ ਦਾ ਚਿੱਤਰ ਅਜਿਹੀ ਕਲਾ ਨਾਲ ਸੰਜੁਗਤ ਨਹੀਂ, ਕਿਉਂਕਿ ਨਾਲੋਂ ਨਾਲ ਦੇਖਣ ਵਾਲਾ ਵੀ ਦਿਸ ਰਿਹਾ ਹੈ। ਇਸ ਅਦਭੁਤ ਚਿੱਤਰ ਦੇ ਅੰਦਰ ਗੁਪਤ ਢੰਗ ਨਾਲ ਲਿਖਿਆ ਹੈ ਪਵਿੱਤਰਤਾ। ਇਸ ਸ਼ਬਦ ਨੂੰ ਲੱਭਣਾ ਹੈ। ਜਦ ਤੋੜੀਏ ਲੱਭ ਨਾ ਲਈਏ, ਇਸ ਚਿੱਤਰ ਨੂੰ ਕਿਸ ਤਰ੍ਹਾਂ ਛੱਡ ਸਕਦੇ ਹਾਂ। ਜੱਚ ਪਾਸ ਖੜਾ ਹੈ। ਚਿੱਤਰਕਾਰ ਨੇ ਆਪਣੇ ਇਸ ਚਿੱਤਰਾਂ ਦੇ ਦਰਸ਼ਨ ਦਾ ਇਹੋ ਮੁੱਲ ਰੱਖਿਆ ਹੈ। ਜੇਕਰ ਅੱਗੇ ਵਧਦੇ ਹਾਂ ਤਾਂ ਸਾਹ ਘੁੱਟਿਆ ਜਾਂਦਾ ਹੈ। ਅਜਿਹਾ ਨਾ ਹੋਵੇ ਕਿ ਯੁਧਿਸ਼ਟਰ ਰਾਜ ਅਧਿਰਾਜ ਦੇ ਭਰਾਵਾਂ ਵਾਂਗ ਇਸ ਚਿੱਤਰ ਨੂੰ ਦੇਖਣ ਦਾ ਮੁੱਲ ਮੌਤ ਹੀ ਹੋਵੇ। ਮੈਂ ਇਸ ਗੁਪਤ ਸ਼ਬਦ ਨੂੰ ਲੱਭਣਾ ਜ਼ਰੂਰ ਹੈ। ਨਾ ਲੱਭਾਂ ਤਾਂ ਮੌਤ ਹੋ ਜਾਵੇਗੀ, ਦੁੱਖ ਹੋਵੇਗਾ।
ਭਲਾ ਅਜਿਹੇ ਚਿੱਤਰ ਨੂੰ ਦੇਖਣਾ ਤੇ ਉਸ ਦੇ ਦਰਸ਼ਨਾਂ ਦੀ ਸ਼ਰਤ ਨਾ ਪੂਰਨਾ, ਅਜਿਹਾ ਹੀ ਤਾਂ ਪਾਪ ਹੈ ਕਿ ਮੌਤ ਆ ਜਾਵੇ। ਉੱਪਰ ਆਏ ਚਿੱਤਰ ਸਾਧਾਰਣ ਤੌਰ ਤੇ ਕੁਝ ਮੁਸ਼ਕਿਲ ਵੀ ਹੋਣਗੇ। ਪਵਿੱਤਰਤਾ ਦਾ ਸਰੂਪ ਨਾ ਵੀ ਪ੍ਰਤੱਖ ਹੋ ਸਕੇ ਤਾਂ ਹੇਠ ਦੱਸੇ ਹੋਰਨਾਂ ਚਿੱਤਰਾਂ ਦੇ ਦਰਸ਼ਨਾਂ ਰਾਹੀਂ ਮੈਂ ਕਈਆਂ ਨੂੰ ਪਵਿੱਤਰਤਾ ਦਾ ਅਨੁਭਵ ਅਸਲੋਂ ਦੇਖਿਆ ਹੈ। 8ਵਾਂ ਚਿੱਤਰ। ਇੱਕ ਟੁੱਟਾ ਭੱਜਾ ਕੱਚੀਆਂ ਇੱਟਾਂ ਦਾ ਘਰ ਹੈ। ਕੰਧਾਂ ਇਸ ਦੀਆਂ ਮਿੱਟੀ ਨਾਲ ਪੋਚੀਆਂ ਹਨ। ਇਸ ਦੀ ਛੱਤ ਘਾਹ ਦੇ ਕੱਖਾਂ ਕਾਨਿਆਂ ਦੀ ਬਣੀ ਹੋਈ ਹੈ। ਕਿਸੇ ਪੰਛੀ ਦਾ ਆਲਣਾ ਨਹੀਂ। ਘਰ ਚੋਖਾ ਵੱਡਾ ਹੈ। ਬੂਹਾ ਇਸ ਦਾ ਬਹੁਤ ਛੋਟਾ ਹੈ। ਜ਼ਰਾ ਆਪਣੇ ਕਦ ਨੂੰ ਸੰਗੋੜ ਕੇ ਜਾਣਾ ਹੋਵੇਗਾ। ਸਿਰ ਝੁਕਾ ਕੇ ਅੰਦਰ ਵੜਨਾ ਪਵੇਗਾ। ਇਸ ਦੇ ਅੰਦਰ ਕੇਹੀ ਪ੍ਰਭੂ ਜੋਤ ਨਾਲ ਚਮਕਦੀ ਇੱਕ ਦੇਵੀ ਬੈਠੀ ਹੈ। ਉਸਨੇ ਮੈਨੂੰ ਨਹੀਂ ਦੇਖਿਆ, ਨਾ ਤੁਹਾਨੂੰ। ਬੈਠ ਜਾਓ। ਇਸ ਦੀ ਗੋਦੀ ਵਿੱਚ ਇੱਕ 6 ਮਹੀਨੇ ਦਾ ਚੰਨ ਜਿਹੇ ਮੁਖੜੇ ਵਾਲਾ ਬਾਲ ਹੈ, ਜਿਸ ਦੀਆਂ ਸਫੈਦ ਗੱਲਾਂ ਤੇ ਕਾਲੇ ਕਾਲੇ ਕੇਸ ਲਪਟ ਰਹੇ ਹਨ। ਇਹ ਬੱਚਾ ਦੁੱਧ ਚੁੰਘਦਾ ਚੁੰਘਦਾ ਸੌਂ ਗਿਆ ਹੈ। ਇਹ ਉਹ ਵਿਦਿਆ ਸੁੰਦਰਤਾ ਨਾਲ ਸਜੀ ਸੁੰਦਰ ਇਸ ਅਮੋਲਕ ਬਾਲ ਦੀ ਮਾਤਾ ਹੈ। ਆਪਣੇ ਅਤਿਅੰਤ ਪ੍ਰੇਮ ਨੂੰ ਦਿਲ ਵਿੱਚੋਂ ਵਗਾ ਵਗਾ ਕੇ ਅੱਖੀਆਂ ਰਾਹੀਂ ਇਸ ਸੁੱਤੇ ਬਾਲਕ ਤੇ ਚਿੱਟੀ ਜੋਤ ਦੀਆਂ ਕਿਰਨਾਂ ਵਾਂਗ ਵਰਾ ਰਹੀ ਹੈ। ਇਸ ਪ੍ਰੇਮ ਨੂਰ ਦੀ ਝੜੀ ਵਸਦੀ ਸਾਫ਼ ਪ੍ਰਤੀਤ ਹੁੰਦੀ ਹੈ। ਇਹ ਮਰੀਅਮ ਤੇ ਈਸਾ ਹਨ। ਇਸ ਮਰੀਅਮ ਨੇ ਘਰ ਘਰ ਅਵਤਾਰ ਲਿਆ ਹੈ। ਘਰ ਘਰ ਇਹ ਅਣਮੁੱਲਾ ਈਸਾ ਇਵੇਂ ਹੀ ਆਪਣੀ ਮਾਂ ਦੀ ਗੋਦੀ ਵਿੱਚ ਸੁੱਤਾ ਹੈ। ਰੈਫਿਲ ਜੇ ਵੈਦ ਤੇ ਸਰਬ ਕਲਾ ਭਰਪੂਰ ਚਿੱਤਰਕਾਰਾਂ ਨੇ ਆਪਣੇ ਸਰਬਸ ਨੂੰ ਇਸ ਚਿੱਤਰ ਦੀ ਪਵਿੱਤਰਤਾ ਦੇ ਚਿੰਤਨ ਵਿੱਚ ਹਵਨ ਕਰ ਦਿੱਤਾ ਹੈ। ਸਾਰੀ ਉਮਰ ਇਸ ਦੀ ਪ੍ਰਸ਼ੰਸਾ ਕਰਦੇ ਕਰਦੇ ਬਿਤਾ ਦਿੱਤੀ। ਮਾਂ ਦੀ ਇਸ ਪਵਿੱਤਰਤਾ ਰੂਪੀ ਨਜ਼ਰ ਦਾ ਧਿਆਨ ਕਰਦੇ ਕਰਦੇ ਮਾਤਾ ਵਾਂਗ ਪਵਿੱਤਰ ਹਿਰਦੇ ਹੋ ਗਏ। ਮਾਂ ਦੇ ਇਸ ਰੂਪ ਵਿੱਚ ਲੱਖਾਂ ਪੁਰਸ਼ਾਂ ਨੇ ਜੀਵਨ ਦਾ ਬਪਤਿਸਮਾ ਲਿਆ। ਇਸ ਚਿੱਤਰ ਹੇਠ ਲਿਖਿਆ ਹੈ ਪਵਿੱਤਰਤਾ ਦਾ ਨਮੂਨਾ। ਪਾਠਕ ਜੀ, ਮੇਰੇ ਲੇਖ ਵਿੱਚ ਅੱਗੇ ਕੀ ਪਿਆ ਹੈ? ਜ਼ਰਾ ਆਪਣਾ ਬਿਸਤਰ ਖੋਲ੍ਹ ਲਵੋ। ਕਾਲੀ ਕਾਲੀ ਪੜ੍ਹਨ ਦੀ ਨਾ ਕਰੋ। ਹੋ ਸਕੇ ਤਾਂ ਇਸ ਝੁੱਗੀ ਵਿੱਚ ਦਿਨ ਰਾਤ ਰਹੋ ਤਾਂ ਸਹੀ। ਹੋਰ ਕਿੱਥੇ ਜਾਣਾ ਹੈ? ਇਸ ਦੇਵੀ ਦੇ ਚਰਨਾਂ ਵਿੱਚ ਬੈਠ ਜਾਓ। ਇਸ ਪਵਿੱਤਰ ਭਾਵ ਦੀ ਚਰਨ ਧੂੜ ਨੂੰ ਆਪਣੇ ਅੰਦਰ ਦੇ ਸਰੀਰ ਤੇ ਮਲੋ। ਆਪਣੇ ਮਨ ਨੂੰ ਇਹੋ ਵਿਭੂਤੀ ਲਾ ਕੇ ਦੇਖੋ। ਸ਼ਿਵ ਰੂਪ ਹੋ ਜਾਓਗੇ। ਮਰੀਅਮ ਤੇ ਉਸਦੇ ਬੱਚੇ ਦੀ ਤਸਵੀਰ 1000 ਵਾਰ ਵੇਖੀ ਹੋਵੇਗੀ। ਇਹ ਪਰ ਬੈਠ ਜਾਓ। ਹਰ ਝੁੱਗੀ ਵਿੱਚ ਤੱਕੋ, ਅੰਦਰ ਕੌਣ ਬੈਠਾ ਹੈ। 9ਵਾਂ ਚਿੱਤਰ। ਇਹ ਮਰੀਅਮ ਦਾ ਲਾਡਲਾ ਮਾਂ ਦਾ ਦੁੱਧ ਚੁੰਘ, ਮਾਂ ਦਾ ਅਥਾਹ ਪਿਆਰ ਪੁੱਤ ਜਵਾਨ ਹੋ ਗਿਆ ਹੈ। ਲਿੱਟਾਂ ਉਸ ਦੇ ਮੋਢੇ ਤੇ ਲਟਕ ਰਹੀਆਂ ਹਨ। ਉਸ ਦੇ ਰੂਪ ਤੇ ਅਦਭੁਤ ਤੇਜ ਹੈ। ਉਸ ਦੇ ਨੇਤਰ ਆਕਾਸ਼ ਵੱਲ ਉੱਠੇ ਹੋਏ ਹਨ। ਪਤਾ ਨਹੀਂ ਕਿਸ ਨੂੰ ਦੇਖ ਰਹੇ ਹਨ। ਇਸ ਦਾ ਮੱਥਾ ਮਗ ਰਿਹਾ ਹੈ। ਪਛਾਣੋ ਤਾਂ ਇਹ ਕੌਣ ਸਪੁੱਤਰ ਹੈ। ਚਿੱਤਰ 10ਵਾਂ। ਸਮੁੰਦਰ ਦਾ ਪਾੜਾ ਵਿਚਕਾਰ ਹੈ। ਕਿਸੇ ਦੀ ਪਿਆਰੀ ਭੈਣ ਆਪਣੇ ਦੇਸ਼ ਵਿੱਚ ਸਮੁੰਦਰ ਦੇ ਕੰਢੇ ਖਲੋਤੀ ਹੈ ਅਤੇ ਪਿਆਰਾ ਵੀਰ ਕਿਸੇ ਜਹਾਜ਼ ਨੂੰ ਲੈ ਕੇ ਕਿਸੇ ਹੋਰਨਾਂ ਦੇਸ਼ਾਂ ਨੂੰ ਗਿਆ ਹੋਇਆ ਹੈ। ਪਰ ਇਹ ਭੈਣ ਹਰ ਰੋਜ਼ ਉਸ ਦੇ ਜਹਾਜ਼ ਨੂੰ ਦੇਖਣ ਦੀ ਆਸ ਵਿੱਚ ਸਮੁੰਦਰ ਦੇ ਵਿਸ਼ਾਲ ਵਿਸਥਾਰ ਨੂੰ ਘੰਟਿਆਂ ਬੱਧੀ ਦੇਖਦੀ ਰਹਿੰਦੀ ਹੈ। ਜ਼ਰਾ ਉਸ ਦੀ ਅੱਖ ਨੂੰ ਪੂਰੇ ਅਨੁਭਵ ਨਾਲ ਦੇਖਣਾ। ਕਦੇ ਕਦੇ ਉਸ ਇੱਕ ਅਥਰੂ ਨੂੰ ਵੀ ਦੇਖਣਾ ਜੋ ਉਹਨਾਂ ਅੱਖੀਆਂ ਵਿੱਚੋਂ ਕਿਰ ਕੇ ਸਮੁੰਦਰ ਦੇ ਜਲ ਵਿੱਚ ਘੁਲ ਮਿਲ ਜਾਂਦਾ ਹੈ। ਹੋ ਸਕੇ ਤਾਂ ਉਸ ਨੂੰ ਆਪਣੀ ਭੈਣ ਜਾਣ ਕੇ ਜ਼ਰਾ ਆਪਣੇ ਦਿਲ ਨੂੰ ਵੀ ਆਜ਼ਮਾ ਵੇਖਣਾ, ਇਹ ਵੀ ਪਿਘਲਦਾ ਹੈ ਕਿ ਨਹੀਂ। ਉਹ ਜਹਾਜ਼ ਆਇਆ, ਸੀਟੀ ਵੱਜੀ, ਲੰਗਰ ਪਿਆ। ਭਰਾ ਨੇ ਦੂਰੋਂ ਆਪਣੇ ਰੁਮਾਲ ਨੂੰ ਲਹਿਰਾ ਲਹਿਰਾ ਜੀ ਜਾਨ ਨਾਲੋਂ ਪਿਆਰੀ ਭੈਣ ਨੂੰ ਨਮਸਕਾਰ ਕੀਤਾ।
ਭੈਣ ਨੇ ਵੀ ਦੂਰੋਂ ਆਪਣੀਆਂ ਪਤਲੀਆਂ ਬਾਹਾਂ ਪਸਾਰ ਆਪਣੇ ਸੋਹਣੇ ਸੋਹਣੇ ਹੱਥਾਂ ਨਾਲ ਆਪਣੇ ਵੀਰੇ ਦਾ ਸਵਾਗਤ ਕੀਤਾ। ਨਿਛਾਵਰ ਹੋਈ। ਇਹਨੇ ਨੂੰ ਭਾਈ ਭੈਣ ਦੋਵੇਂ ਇੱਕ ਦੂਜੇ ਦੇ ਗਲੇ ਲੱਗ ਕੇ ਰੋ ਪਏ। ਇਸ ਚਿੱਤਰ ਦੇ ਹੇਠਾਂ ਲਿਖਿਆ ਸੀ, ਪਵਿੱਤਰਤਾ ਦਾ ਬਦਲ, ਛਮ 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 ਰਿਮ ਝਿਮ ਰਿਮ ਝਿਮ। 11ਵਾਂ ਚਿੱਤਰ। ਦੂਰ ਪਾਰ ਤੋਂ ਪਿਓ ਪੰਧ ਮਾਰ ਕੇ ਘਰ ਆਇਆ ਹੈ। ਦੂਰ ਪਾਰ ਤੋਂ ਪਿਓ ਪੰਧ ਮਾਰ ਕੇ ਘਰ ਆਇਆ ਹੈ। ਉਹ ਧੀ ਨੱਸੀ ਬਾਹਰ ਆਈ ਹੈ। ਇਸ ਕਨਿਆ ਦੀ ਸਾੜੀ ਲੱਥ ਗਈ ਹੈ। ਇਸ ਤੇਜ਼ੀ ਨਾਲ ਨੱਸੀ ਹੈ ਕਿ ਖੁੱਲੇ ਕੇਸ ਪਿੱਛੇ ਰਹਿ ਗਏ ਜਾਪਦੇ ਹਨ। ਮੂੰਹ ਖੁੱਲਾ ਹੈ। ਬੋਲਿਆ ਕੁਝ ਜਾਣਦਾ ਨਹੀਂ। ਇਹਨੇ ਵਿੱਚ ਪਿਓ ਉਸ ਨੂੰ ਗਲ ਲਾ ਕੇ ਜਿਵੇਂ ਹੀ ਉਸ ਦੇ ਸਿਰ ਤੇ ਪਿਆਰ ਦੇਣ ਨੂੰ ਝੁਕਿਆ ਤਾਂ ਅੱਖਾਂ ਤੀ ਮੋਤਿਆਂ ਦਾ ਹਾਰ ਡਲਕ ਕੇ ਉਸ ਧੀ ਦੇ ਕੇਸਾਂ ਤੇ ਖਿੰਡ ਗਿਆ। ਇਹ ਮੋਤੀਆਂ ਦਾ ਹਾਰ ਇਸ ਚਿੱਤਰ ਵਿੱਚ ਕਿੰਨਾ ਸੁਹਾਵਣਾ ਲੱਗ ਰਿਹਾ ਹੈ। 12ਵਾਂ ਚਿੱਤਰ। ਸੀਤਾ ਜੀ ਅਯੋਧਿਆ ਵਿੱਚ ਆਪਣੇ ਮਹਿਲ ਦੀ ਪੌੜੀਆਂ ਤੇ ਖਲੋਤੇ ਹਨ ਤੇ ਲਛਮਣ ਜੀ ਧਨੁਖ ਬਾਣ ਮੋਢੇ ਰੱਖੀ, ਸਿਰ ਝੁਕਾਈ, ਹੱਥ ਜੋੜੀ ਕੋਲ ਖੜੇ ਹਨ। ਉਹਨਾਂ ਦੇ ਚਰਨਾਂ ਵੱਲ ਵੇਖ ਰਹੇ ਹਨ ਅਤੇ ਸੀਤਾ ਜੀ ਦੇ ਮਨਮੋਹਕ ਬਚਨ ਤੇ ਉਹਨਾਂ ਦੀ ਆਗਿਆ ਸੁਣ ਰਹੇ ਹਨ। 13ਵਾਂ ਚਿੱਤਰ। ਜੰਗਲ ਬਿਆਬਾਨ ਹੈ। ਲੰਮੇ ਲੰਮੇ ਰੁੱਖ ਖੜੇ ਹਨ। ਕੋਈ ਸੁੱਕੇ ਹਨ, ਕੋਈ ਹਰੇ। ਸਤਿਆਵਾਨ ਜੀ ਮੋਢੇ ਕੁਹਾੜਾ ਰੱਖੀ ਅੱਗੇ ਅੱਗੇ ਜਾ ਰਹੇ ਹਨ। ਦੇਵੀ ਸਾਵਿਤਰੀ ਪਿੱਛੇ ਪਿੱਛੇ ਜਾ ਰਹੀ ਹੈ। ਇੱਕ ਥਾਂ ਦੋਵੇਂ ਬੈਠ ਗਏ ਹਨ। ਉਹ ਇਹਨਾਂ ਵੱਲ ਤੱਕਦੀ ਹੈ, ਉਹ ਇਸ ਵੱਲ ਤੱਕਦੇ ਹਨ। ਉਹ ਇਹਨਾਂ ਦੀ ਗੋਦੀ ਵਿੱਚ, ਇਹ ਉਸ ਦੀ ਗੋਦੀ ਵਿੱਚ ਲੇਟ ਰਹੇ ਹਨ। 14ਵਾਂ ਚਿੱਤਰ। ਨਦੀ ਦੇ ਇੱਕ ਇਕਾਂਤ ਅਸਥਾਨ ਵਿੱਚ ਬਹੁਤ ਸਾਰੀਆਂ ਕੁੜੀਆਂ, ਤੀਵੀਆਂ, ਦੇਵੀਆਂ ਇਸ਼ਨਾਨ ਕਰ ਰਹੀਆਂ ਹਨ। ਸੁਖਦੇਵ ਜੀ ਕੋਲੋਂ ਦੀ ਲੰਘ ਰਹੇ ਹਨ। ਉਹਨਾਂ ਨੂੰ ਕੋਈ ਭੈ ਨਹੀਂ ਹੋਇਆ। ਉਹ ਜਿਉਂ ਦੀਆਂ ਤਿਉਂ ਖੁੱਲਮ ਖੁੱਲਾ ਨੰਗੀਆਂ ਨਹਾ ਰਹੀਆਂ ਹਨ। ਨਦੀ ਦਾ ਪਾਣੀ ਆਨੰਦ ਨਾਲ ਕੁੱਦ ਰਿਹਾ ਹੈ। ਇਹ ਉਛਲ ਰਹੀਆਂ ਹਨ। 15ਵਾਂ ਚਿੱਤਰ। ਉਹ ਰਾਜ ਬਾਲਕ ਧਰੂ ਤਾੜੀ ਲਾਈ ਜੰਗਲ ਵਿੱਚ ਸ਼ੇਰਾਂ ਦੇ ਮੂੰਹ ਵਿੱਚ ਆਪਣੇ ਹੱਥ ਦੇ ਰਿਹਾ ਹੈ। ਖੇਡ ਕਰ ਰਿਹਾ ਹੈ, ਜਾਪਦਾ ਹੈ ਜਾਣੋ ਲੜ ਰਿਹਾ ਹੈ। 16ਵਾਂ ਚਿੱਤਰ। ਛੋਟੇ ਛੋਟੇ ਬਹੁਤ ਸਾਰੇ ਬੱਚੇ ਬੈਠੇ ਹਨ। ਪੁਸਤਕਾਂ ਹੱਥ ਵਿੱਚ ਹਨ ਤੇ ਪੜ੍ਹ ਰਹੇ ਹਨ। ਕਾਂ ਕਾਂ ਹੋ ਰਹੀ ਹੈ। 17ਵਾਂ ਚਿੱਤਰ। ਇੱਕ ਨੌਜਵਾਨ ਹੈ। ਪਾਟੀ ਹੋਈ ਬਿਨਾਂ ਬਟਨਾਂ ਦੀ ਕਮੀਜ਼ ਗਲ ਵਿੱਚ ਹੈ। ਸਿਰੋਂ ਨੰਗਾ ਹੈ, ਪੈਰੋਂ ਨੰਗਾ ਹੈ। ਕਿਸੇ ਦੀ ਭਾਲ ਵਿੱਚ ਹੈ। ਚੌਂਈ ਪਾਸੀ ਦੇਖਦਾ ਹੈ। ਕਦੀ ਇਸ ਦਰਖਤ ਦੇ, ਕਦੀ ਉਸ ਦਰਖਤ ਦੇ ਲਾਗੇ ਜਾ ਖਲੋਂਦਾ ਹੈ। ਰੋਂਦਾ ਹੈ। ਬ੍ਰਿਛ ਵੀ ਉਸ ਦੇ ਨਾਲ ਰੋ ਉੱਠਦੇ ਹਨ। ਪ੍ਰੇਮ ਦੀ ਬੇਹਬਲਤਾ ਵਿੱਚ ਉਹ ਡਿੱਗ ਪੈਂਦਾ ਹੈ। ਹੰਝੂ ਵਗ ਰਹੇ ਹਨ। ਧਰਤੀ ਦੀ ਧੂੜ ਉਸ ਦੇ ਵਾਲਾਂ ਵਿੱਚ ਵਿਭੂਤ ਵਾਂਗ ਰਚ ਗਈ ਹੈ। ਕਦੀ ਡਿੱਗਦਾ ਹੈ, ਕਦੀ ਉੱਠਦਾ ਹੈ, ਕਦੀ ਬਦਲ ਨੂੰ ਦੇਖ ਉਸ ਨੂੰ ਜਾਂਦੇ ਜਾਂਦੇ ਨੂੰ ਖਿਲਾਰ ਲੈਂਦਾ ਹੈ। ਸ਼ਾਇਦ ਕਿਸੇ ਨੂੰ ਸੁਨੇਹੜਾ ਘੱਲ ਰਿਹਾ ਹੈ। ਨਦੀ ਨਾਲ, ਪੱਥਰਾਂ ਨਾਲ, ਪੰਛੀਆਂ ਨਾਲ ਗੱਲਾਂ ਕਰਦਾ ਹੈ। ਹੁਣੇ ਇੱਥੇ ਸੀ ਤੇ ਹੁਣੇ ਨਹੀਂ ਹੈ। 18ਵਾਂ ਚਿੱਤਰ। ਦਮਯੰਤੀ ਰਾਜ ਹੰਸਾ ਪਾਸ ਖਲੋਤੀ ਨਲ ਦੀ ਉਡੀਕ ਕਰ ਰਹੀ ਹੈ। ਤੁਸੀਂ ਵੀ ਜ਼ਰਾ ਕੋਲ ਬੈਠ ਜਾਓ। ਤੁਹਾਡੀ ਮਾਂ ਹੈ, ਭੈਣ ਹੈ, ਦੇਵੀ ਹੈ। 19ਵਾਂ ਚਿੱਤਰ। ਇੱਕ ਬਿਆਸਰਾ ਅਣਭੋਲ ਹੁਣੇ ਆਪਣੇ ਪ੍ਰਾਣ ਤਿਆਗ ਇੱਕ ਦਰਖਤ ਹੇਠਾਂ ਸੜਕ ਕਿਨਾਰੇ ਉਸ ਨੀਂਦ ਵਿੱਚ ਸੌਂ ਗਿਆ ਹੈ ਜਿਸ ਵਿੱਚੋਂ ਮੁੜ ਨਹੀਂ ਜਾਗੇਗਾ। ਆਪਣਾ ਸਰੀਰ ਤੁਹਾਡੇ ਹਵਾਲੇ ਕਰ ਗਿਆ। ਹੁਣ ਉਸ ਦਾ ਅੰਤਿਮ ਸੰਸਕਾਰ ਤੁਸਾਂ ਕਰਨਾ ਹੈ।
ਵੀਹਵਾਂ ਚਿੱਤਰ ਰਾਜਾ ਜਨਕ ਦੀ ਸਭਾ ਲੱਗੀ ਹੈ। ਰਿਸ਼ੀ ਲੋਕ ਬੈਠੇ ਹਨ। ਬ੍ਰਹਮਵਾਦਨੀ ਗਾਰਗੀ ਅੱਖੀਆਂ ਵਿੱਚ ਕਪਿਲ ਵਾਲੀ ਲਾਲੀ ਲਈ ਖਲੋਤੀ ਹੈ। ਸਾਰੇ ਹੈਰਾਨ ਹੋ ਗਏ। ਗਾਰਗੀ ਨਿਰਬਸਤਰ ਹੈ, ਪਰ ਬਿਜਲੀ ਦੇ ਕੜਾਕੇ ਵਾਂਗ ਉਹ ਦੇਵੀ ਬੋਲ ਉੱਠੀ, ਜਾਓ, ਅਜੇ ਸਾਰੇ ਸ਼ੂਦਰ ਨੇ, ਚਮਾਰ ਨੇ, ਉਹ ਜਾ ਰਹੀ ਹੈ। ਆਕਾਸ਼ ਮੱਥਾ ਨਿਵਾਉਂਦਾ ਹੈ, ਧਰਤੀ ਕੰਬ ਰਹੀ ਹੈ। 21ਵਾਂ ਚਿੱਤਰ ਚਿੱਟੀ ਉੱਨ ਦੇ ਕੋਟ ਪਾਈ ਇਹ ਨਿੱਕੀਆਂ ਨਿੱਕੀਆਂ ਭੇਡਾਂ ਇਸ ਟੱਪਰੀ ਵਿੱਚ ਦਰਸ਼ਨ ਦੇ ਰਹੀਆਂ ਹਨ। ਕੋਈ ਖਲੋਤੀ, ਕੋਈ ਬੈਠੀ ਤੇ ਕੋਈ ਛਾਲਾਂ ਮਾਰ ਰਹੀ ਹੈ। 22ਵਾਂ ਚਿੱਤਰ ਕਿਹਾ ਸੁਹਾਵਣਾ ਅਰਬੀ ਘੋੜਾ ਖੜਾ ਹੈ, ਕਾਠੀ ਲਗਾਮ ਨਾਲ ਸਜਿਆ ਹੋਇਆ। ਸਵਾਰ ਲੜਾਈ ਵਿੱਚ ਸ਼ਹੀਦ ਹੋ ਗਿਆ ਹੈ। ਇਹ ਘਰ ਵਾਲਿਆਂ ਨੂੰ, ਸੰਬੰਧੀਆਂ ਨੂੰ ਖਬਰ ਕਰਨ ਇਕੱਲਾ ਹੀ ਚਲਾ ਆਇਆ ਹੈ। ਦੁਲਦੁਲੇ ਬੇਯਾਰ ਸਾਹਮਣੇ ਖਲੋਤਾ ਹੈ। ਕੌਣ ਇਸ ਅਨਾਥ ਘੋੜੇ ਨੂੰ ਵੇਖ ਕੇ ਰੋ ਨਾ ਉੱਠੇਗਾ। ਪਾਠਕ ਜੀ, ਵੇਖੋ ਕਿਆ ਦਿਲ ਵਿਚਲੇ ਮੰਤਵ ਨੂੰ ਲਈ ਜਗਤ ਵਿੱਚ ਇੱਕੋ ਆਪਣੀ ਮਿਸਾਲ ਆਪ ਖੜਾ ਹੈ। ਮੂੰਹ ਨੀਵਾਂ ਕਰੀ ਕਿਸੇ ਦਰਦ ਨਾਲ ਵਿਨਿਆ ਜਾ ਰਿਹਾ ਹੈ। 23ਵਾਂ ਚਿੱਤਰ ਮੇਵਾੜ ਦੇਸ਼ ਦੀ ਮਹਾਰਾਣੀ, ਭਾਰਤ ਵਰਸ਼ ਦੀ ਜਾਨ ਮੀਰਾਬਾਈ ਰਾਜ ਤਿਆਗ ਕੇ ਧੂੜੀ ਵਿੱਚ ਬੈਠੀ ਹੈ। ਉਸ ਦੇ ਦਿਵ ਨੇਤਰ ਖੁੱਲੇ ਹਨ। ਸਾਧਾਰਨ ਜਗਤ ਕੁਝ ਵੀ ਨਹੀਂ ਵੇਖ ਰਿਹਾ। ਇਹਨੇ ਵਿੱਚ ਰਾਜਾ ਜੀ ਨੇ ਮਸਤ ਹਾਥੀ ਦੌੜਾਇਆ ਕਿ ਇਸ ਦੇਵੀ ਨੂੰ ਲਤਾੜ ਸੁੱਟੋ। ਮੈਂ ਪਾਸ ਬੈਠਾ ਹਾਂ, ਕੀ ਵੇਖਦਾ ਹਾਂ ਕਿ ਦੇਵੀ ਦੇ ਲਾਗੇ ਆ ਕੇ ਹਾਥੀ ਦੀ ਮਸਤੀ ਖੁੱਲ ਗਈ। ਉਹਨਾਂ ਦੇ ਚਰਨੀ ਮੱਥਾ ਟੇਕ ਕੇ ਉਹ ਚਲਾ ਗਿਆ। ਜਦ ਕਦੇ ਮੇਰਾ ਮਨ ਦੁਖੀ ਹੁੰਦਾ ਹੈ, ਮੈਂ ਇੱਥੇ ਆ ਕੇ ਇਸ ਦੇਵੀ ਦੇ ਚਰਨਾਂ ਦੀ ਧੂੜੀ ਲੈ ਆਪਣੇ ਮੱਥੇ, ਨਾਭੀ, ਦਿਲ ਉੱਤੇ, ਅੱਖਾਂ ਉੱਤੇ, ਸਿਰ ਵਿੱਚ ਲਾ ਉਹਨਾਂ ਨੂੰ ਪਵਿੱਤਰ ਕਰਦਾ। 24ਵਾਂ ਚਿੱਤਰ ਰਾਜਿਆਂ ਦੇ ਰਾਜ, ਰਾਜਧਾਨੀਆਂ ਦੀਆਂ ਰਾਜਧਾਨੀਆਂ ਨਸ਼ਟ ਹੋ ਗਈਆਂ। ਉਹ ਤਖਤ ਜਿਨ੍ਹਾਂ ਤੇ ਬਹਿੰਦੇ ਸੀ ਤਖਤੇ ਹੋ ਗਏ, ਮਿੱਟੀ ਵਿੱਚ ਮਿਲ ਗਏ। ਪਰ ਸਮੇਂ ਦਾ ਪ੍ਰਭਾਵ ਦੇਖੋ। ਸਾਰੇ ਭਾਰਤ ਦੀ ਮਹਾਰਾਣੀ ਨੂਰਜਹਾਂ ਰਾਵੀ ਨਦੀ ਦੇ ਕੰਢੇ ਲਾਹੌਰ ਸ਼ਹਿਰ ਦੇ ਉਸ ਪਾਰ ਸਾਧਾਰਨ ਧਰਤੀ ਦੀ ਖੁੰਦਰਾਂ ਅੰਦਰ ਸੁੱਤੀ ਹੈ। ਕਦੀ ਕਦੀ ਉੱਠ ਕੇ ਇੱਕ ਨਜ਼ਰ ਸਾਰੇ ਦੇਸ਼ ਤੇ ਦੌੜਾਉਂਦੀ ਹੈ। ਹਰ ਇਕਾਈ ਰੋਜ਼ ਜਾ ਜਾ ਕੇ ਉਸਦੇ ਚਰਨੀ ਮੱਥਾ ਟੇਕਦੀ ਹੈ। ਗਰਮੀ ਦੀ ਰੁੱਤ ਰੰਗ ਬਿਰੰਗ ਦੇ ਪੱਤੇ ਉਸ ਤੇ ਵਰਸਾਉਂਦੀ ਹੈ। ਬਸੰਤ ਦੀ ਰੁੱਤ ਜਦ ਕਦੀ ਆਉਂਦੀ ਹੈ, ਸਿਰ ਤੇ ਫੁੱਲਾਂ ਦੀ ਵਰਸ਼ਾ ਕਰਦੀ ਹੈ। ਇਸ ਭਾਰਤ ਦੀ ਮਹਾਰਾਣੀ ਦੇ ਸਥਾਨ ਦੀ ਯਾਤਰਾ ਇੱਥੇ ਆ ਕੇ ਆਉਂਦੀ ਹੈ। ਮੈਨੂੰ ਆਪ ਆਸ਼ੀਰਵਾਦ ਦਿੰਦੀ ਹੈ ਤੇ ਆਪਣੀ ਮਲਿਕਾ ਦਾ ਦਰਸ਼ਨ ਕਰਕੇ ਮੈਂ ਅਨੋਖੇ ਭਾਵਾਂ ਨਾਲ ਭਰਪੂਰ ਆਪਣੇ ਪਾਠਕ ਦੇ ਮੂੰਹ ਵੱਲ ਵੇਖਦਾ। 25ਵਾਂ ਚਿੱਤਰ ਉਹ ਕੌਣ ਬੈਠੇ ਨੇ। ਕਵਲ ਦੇ ਫੁੱਲ ਦਾ ਸਿੰਘਾਸਣ ਹੈ। ਉਸ ਤੇ ਪਦਮਾਸਣ ਲਾਈ ਨਿਰਵਾਣ ਸਮਾਧੀ ਵਿੱਚ ਲੀਨ ਕਪਿਲ ਵਸਤੂ ਦਾ ਰਾਜਕੁਮਾਰ ਬੈਠਾ ਹੈ। ਜਗਤ ਨੂੰ ਜਿੱਤ ਚੁੱਕਾ ਹੈ। ਰਾਜਿਆਂ ਦਾ ਰਾਜਾ ਹੈ। ਬੁੱਧ ਦੀਆਂ ਪੱਥਰ ਘੜੀਆਂ ਮੂਰਤੀਆਂ ਤਾਂ ਕੋਈ ਦੇਖ, ਉਹ ਵੀ ਅਦਭੁਤ ਹਨ। ਪਰ ਸਾਕਾ ਮੁਨੀ ਬੁੱਧ ਆਪ ਸਭਨਾਂ ਕੋਲੋਂ ਅਦਭੁਤ ਹੈ। ਦਰਸ਼ਨ ਦੁਰਲਭ ਤਾਂ ਨਹੀਂ, ਉਹ ਰੁਕਦੇ ਤਾਂ ਨਹੀਂ, ਉਹਨਾਂ ਨੂੰ ਤੁਹਾਡੀ ਖਬਰ ਵੀ ਨਹੀਂ, ਪਰ ਦਰਸ਼ਨ ਖੁੱਲ੍ਹੇ ਹੁੰਦੇ ਹਨ। ਜਿੱਥੇ ਬੁੱਧ ਜੀ ਦਾ ਚਿੱਤਰ ਹੈ, ਉਹ ਮਨ ਪਵਿੱਤਰ ਹੈ, ਥਾਂ ਪਵਿੱਤਰ ਹੈ। 26ਵਾਂ ਚਿੱਤਰ ਕਿਸੇ ਪਿੰਡ ਦੀ ਇੱਕ ਗਲੀ ਹੈ। ਕਿਸਾਨ ਲੋਕੀ ਰਹਿੰਦੇ ਹਨ। ਉਹ ਕੌਣ ਆਇਆ ਜਿਸ ਨੂੰ ਵੇਖਦੇ ਸਾਰ ਸਭ ਨਰ ਨਾਰੀ ਬਾਲਕ ਘਰਾਂ ਤੋਂ ਬਾਹਰ ਨਿਕਲ ਆਏ। ਨੀਲੀ ਨੀਲੀ ਵਿਭੂਤੀ ਰਮਾਈ, ਇੱਕ ਹੱਥ ਵਿੱਚ ਭਿੱਖਿਆ ਦਾ ਖੱਪਰ, ਦੂਜੇ ਨਾਲ ਪਾਰਬਤੀ ਨੂੰ ਫੜੀ। ਸਾਖਿਆਤ ਸ਼ਿਵ ਪਾਰਬਤੀ ਆ ਰਹੇ ਨੇ। ਹੁਣ ਮੰਗਲ ਹੋਵੇਗਾ, ਸਭ ਨੂੰ ਵਰ ਮਿਲਣਗੇ। ਆ ਲਓ, ਸ਼ਿਵ ਜੀ ਨੇ ਸਿੰਘੀ ਨਾਦ ਵਜਾਇਆ। ਸੋਨੇ ਦੇ ਬਰਤਨਾਂ ਵਿੱਚ ਦੁੱਧ ਭਰੀ ਪਿੰਡਾਂ ਦੀਆਂ ਇਸਤਰੀਆਂ ਭਿੱਖਿਆ ਦੇਣ ਆਈਆਂ ਹਨ। ਠਹਿਰਦੇ ਤਾਂ ਨਹੀਂ, ਜਾ ਰਹੇ ਹਨ। ਮੰਗਲ, ਆਨੰਦ, ਸੁਖ ਦੀ ਵਰਖਾ ਕਰਦੇ ਜਾ ਰਹੇ ਹਨ।
27ਵਾਂ ਚਿੱਤਰ। ਕਲਕੱਤੇ ਦੇ ਨੇੜੇ ਇੱਕ ਨੰਗਾ ਅਨਪੜ੍ਹ ਕਾਲੀ ਭਗਤ ਹੈ। ਕਾਲੀ ਭਗਤ ਕੀ ਬ੍ਰਹਮਕਾਂਤੀ ਨੂੰ ਦੇਖਣ ਵਾਲਾ ਕੋਈ ਫਕੀਰ ਹੈ। ਇਸ ਦੇ ਨੈਣ, ਇਸ ਦਾ ਸਿਰ ਮੇਰੇ ਤੇਰੇ ਨੈਣਾਂ ਤੇ ਸਿਰ ਨਾਲੋਂ ਨਿਰਾਲੇ ਹਨ। ਕਿਸੇ ਹੋਰ ਹੀ ਧਾਤੂ ਦੇ ਬਣੇ ਹੋਏ ਹਨ। ਮਾਮੂਲੀ ਸਾਧ ਨਹੀਂ ਜੋ ਛੂ ਛੂ ਕਰਦੇ ਫਿਰਦੇ ਹਨ। ਇੱਕ ਕੋਈ ਇਸਤਰੀ ਆਈ, ਆਪ ਧਾ ਕੇ ਉੱਠੇ, ਮਾਤਾ ਕਹਿ ਕੇ ਉਸ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਮੇਰੀਆਂ ਤੇਰੀਆਂ ਨਜ਼ਰਾਂ ਵਿੱਚ ਇਹ ਕੰਚਨੀ ਹੀ ਸੀ, ਪਰ ਰਾਮ ਕ੍ਰਿਸ਼ਨ ਪਰਮਹੰਸ ਦੀ ਤਾਂ ਜਗਤ ਮਾਤਾ ਨਿਕਲੀ। ਦੇਖ ਕੇ ਮੇਰੀਆਂ ਅੱਖਾਂ ਵਹਿ ਤੁਰੀਆਂ। ਮੈਂ ਵੀ ਦੌੜ ਕੇ ਉਸ ਦੇ ਚਰਨਾਂ ਤੇ ਸੀਸ ਰੱਖ ਦਿੱਤਾ। ਉਦੋਂ ਚੁੱਕਿਆ ਜਦ ਹੁਕਮ ਹੋਇਆ, ਨੰਗਿਓ ਤੁਸੀਂ ਕੀ ਦੇ ਰਹੇ ਹੋ? ਮੇਰੇ ਸਾਹਮਣੇ ਪਰਮਹੰਸ ਨੇ ਕੁਲ ਵਿਰਾਟ ਇਸ ਮਾਂ ਦੇ ਚਰਨੀ ਲਿਆ ਭੇਟਾ ਕਰ ਦਿੱਤਾ। ਅੱਖਾਂ ਖੋਲ ਦਿੱਤੀਆਂ। ਅਹਿਲਿਆ ਵਾਂਗ ਆਪਣਾ ਸਾਧਾਰਨ ਸਰੀਰ ਤਿਆਗ ਇਹ ਦੇਵੀ ਅਰਸ਼ਾਂ ਤੇ ਉੱਡ ਗਈ। ਕਹੋਗੇ ਪੂਰਨ ਤਾਂ ਮੂਰਤੀ ਪੂਜਕ ਹੋ ਗਿਆ। ਕੁਝ ਵੀ ਕਹੋ, ਮੇਰੇ ਮਨ ਦੀ ਕੋਠੜੀ ਅਜਿਹੀਆਂ ਮੂਰਤੀਆਂ ਨਾਲ ਭਰੀ ਪਈ ਹੈ। ਇਸ ਬੁੱਤ ਪ੍ਰਸਤੀ ਰਾਹੀਂ ਪਵਿੱਤਰਤਾ ਮਿਲਣ ਦੇ ਭਾਗ ਖੁੱਲ੍ਹਦੇ ਹਨ। ਪਵਿੱਤਰਤਾ ਨੂੰ ਅਨੁਭਵ ਕਰਕੇ ਬ੍ਰਹਮ ਕਾਂਤੀ ਦੇ ਦਰਸ਼ਨ ਆਉਂਦੇ ਹਨ। ਕੰਗਾਲ ਤਾਂ ਮੈਂ ਹਾਂ ਜ਼ਰੂਰ, ਤੇ ਮੇਰੇ ਵਿੱਚ ਕੋਈ ਚਿੱਤਰ ਖਰੀਦਣ ਦੀ ਸਮਰੱਥਾ ਨਹੀਂ। ਇਹ ਪਰ ਮਿੱਤਰੋ, ਆਕਾਸ਼ ਉਤੇ ਇੱਕ ਦਿਨ ਅਨਮੋਲ ਚਿੱਤਰਾਂ ਦੀ ਵਰਸ਼ਾ ਹੋਈ ਸੀ। ਮੈਂ ਆਪਣੇ ਘਰ ਦੇ ਹੇਠੋਂ, ਉੱਤੋਂ, ਵਿਹੜੇ ਚੋਂ, ਛੱਤ ਉੱਤੋਂ ਇਕੱਠੇ ਕਰਕੇ ਇਕੱਤਰ ਕਰ ਲਏ ਸਨ। ਪਹਿਲਾਂ ਤਾਂ ਰੱਖਣ ਦੀ ਥਾਂ ਨਹੀਂ ਸੀ, ਪਰ ਜਦੋਂ ਪ੍ਰੇਮ ਨਾਲ ਮਨ ਦੀਆਂ ਦੀਵਾਰਾਂ ਤੇ ਟੰਗਣ ਲੱਗਾ ਤਾਂ ਕੀ ਵੇਖਦਾ ਹਾਂ ਕਿ ਮੇਰੇ ਮਨ ਵਿੱਚ ਤਾਂ ਅਨੰਤ ਥਾਂ ਹੈ। ਮਜ਼ੇ ਨਾਲ ਚਿੱਤਰ ਲਟਕ ਰਹੇ ਹਨ। ਸਜਣੋ, ਸਾਰੇ ਵਿਰਾਟ ਨੂੰ ਲਟਕਾ ਕੇ ਮੈਂ ਵੇਖਿਆ ਕਿ ਹਾਲਾਂ ਵੀ ਮੇਰਾ ਕਮਰਾ ਖਾਲੀ ਦਾ ਖਾਲੀ ਹੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।